ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਸਤਕ ਜੱਗੋ ਤੇਰਵੀਆਂ, ਲੇਖਕ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਪਨਵਾ, ਆਵਾਜ਼ ਇੰਦਰ ਰਾਜ ਕੌਰ। ਇਹਨਾਂ ਦੀ ਸੁਣੋ। ਜੋ ਰਾਗਾਂ ਵਿੱਚ ਮੁਹਾਰਤ ਹਾਸਲ ਕਰਕੇ ਉਸ ਰਾਗ ਵਿਦਿਆ ਦੁਆਰਾ ਕੀਰਤਨ ਕਰਦਾ ਹੈ, ਗੁਰਮੁਖੀ ਬੋਲੀ ਵਿੱਚ ਉਸ ਨੂੰ ਰਾਗੀ ਕਿਹਾ ਜਾਂਦਾ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਾ ਹੈ, ਉਸ ਨੂੰ ਪਾਠੀ ਕਿਹਾ ਜਾਂਦਾ ਹੈ। ਤੇ ਜੋ ਗੁਰੂ ਗ੍ਰੰਥ ਸਾਹਿਬ ਸੰਬੰਧੀ ਪੂਰੀ ਜਾਣਕਾਰੀ ਰੱਖਦਾ ਹੈ, ਉਸ ਨੂੰ ਨਿਰਸੰਦੇਹ ਗ੍ਰੰਥੀ ਕਿਹਾ ਜਾਂਦਾ ਹੈ। ਜੋ ਸ਼ਬਦ ਦੀ ਵਿਚਾਰ ਕਰਦਾ ਹੈ, ਉਸ ਨੂੰ ਕਥਾਵਾਚਕ ਕਿਹਾ ਜਾਂਦਾ ਹੈ। ਢੱਡ ਅਤੇ ਸਾਰੰਗੀ ਦੁਆਰਾ ਹਿੱਕ ਦੇ ਪੂਰੇ ਤਾਣ ਨਾਲ ਜੋ ਵਾਰਾਂ ਗਾਉਂਦਾ ਹੈ, ਉਸ ਨੂੰ ਢਾਡੀ ਕਿਹਾ ਜਾਂਦਾ ਹੈ। ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਕੌਮ ਨੂੰ ਸਹੀ ਸੇਧ ਦੇਣ ਵਾਲੇ ਵੀ ਹੁੰਦੇ ਹਨ ਤੇ ਕੌਮ ਨੂੰ ਦਿਨ ਦਿਹਾੜੇ ਵੇਚ ਕੇ ਖਾਣ ਵਾਲੇ ਵੀ ਹੁੰਦੇ ਹਨ। ਘਟੀਆ ਕਿਰਦਾਰ ਦੇਖ ਕੇ ਕਈ ਵਾਰੀ ਇੰਜ ਲੱਗਦਾ ਹੁੰਦਾ ਹੈ, ਖਬਰੇ ਸਾਡੀ ਕੌਮ ਹੀ ਇਸ ਤਰ੍ਹਾਂ ਦੀ ਹੋਏਗੀ। ਹਰ ਖੇਤਰ ਵਿਚਲੇ ਮਾੜੇ ਬੰਦਿਆਂ ਦੀ ਮਲੀਨ ਸੋਚ ਦੇਖ ਕੇ ਹੀ ਕਈਆਂ ਨੇ ਆਪਣੇ ਵਿਚਾਰ ਦਿੱਤੇ ਹਨ। ਕਹਿੰਦੇ ਨੇ, ਜਿਹੜਾ 10ਵੀਂ ਜਮਾਤ ਵਿੱਚੋਂ ਫੇਲ ਹੋ ਗਿਆ, ਉਹ ਬਣ ਗਿਆ ਕਿਸੇ ਯੂਨੀਅਨ ਦਾ ਲੀਡਰ। ਚੱਲ ਰਹੇ ਕੰਮ ਵਿੱਚ ਹੜਤਾਲ ਕਰਾਉਣ ਨੂੰ ਸਭ ਤੋਂ ਵੱਡਾ ਮਾਰਕਾ ਮੰਨਦਾ ਹੈ। ਮਾਲਕਾਂ ਕੋਲੋਂ ਪੈਸੇ ਲੈ ਕੇ ਅੰਦਰ ਖਾਤੇ ਸੌਦੇ ਕਰਨੇ ਤੇ ਬਾਹਰੋਂ ਗਰੀਬ ਲੋਕਾਂ ਦੀਆਂ ਮੋਹਰਾਂ ਭਨਾਉਣ ਵਾਲੇ ਨੂੰ ਸਫਲ ਲੀਡਰ ਮੰਨਿਆ ਜਾਂਦਾ ਹੈ। 8ਵੀਂ ਤੋਂ ਉੱਪਰ ਨਾ ਜਾਣ ਵਾਲੇ ਨੇ ਕੱਦੂ ਵਿੱਚ ਡੰਡਾ ਅੜਾ ਲਿਆ। ਕਿਲ ਕਿਲ ਕੇ, ਸੰਗ ਪਾੜ ਪਾੜ ਕੇ ਤੇ ਨਾਲ ਦੀ ਨਾਲ ਬਾਂਦਰ ਟਪੂਸੀਆਂ ਮਾਰੀ ਜਾਵੇ, ਉਸ ਨੂੰ ਲੋਕ ਕਲਾਕਾਰ ਕਹਿੰਦੇ ਹਨ। ਜੋ ਚੌਥੀ ਜਮਾਤ ਤੋਂ ਅੱਗੇ ਨਾ ਵਧਿਆ ਹੋਵੇ, 8 ਘੰਟੇ ਕੰਮ ਕਰਨਾ ਉਸ ਨੂੰ ਮੌਤ ਦਿਖਾਈ ਦਿੰਦਾ ਹੋਵੇ, ਉਹ ਪਾਠੀ ਬਣ ਜਾਂਦਾ ਹੈ। ਉਹ ਸੋਚਦਾ ਹੈ ਕਿ ਘੱਟੋ ਘੱਟ ਰੋਟੀ ਚੋਪੜੀ ਤੇ ਬਦਾਮਾਂ ਵਾਲੀ ਖੀਰ ਤਾਂ ਖਾਣ ਨੂੰ ਮਿਲਿਆ ਕਰੇਗੀ ਨਾ। ਪੰਥ ਪ੍ਰਵਾਨਿਤ ਅਰਦਾਸ ਛੱਡ ਕੇ ਜਿਸ ਨੂੰ ਕਿਸੇ ਡੇਰੇ ਦੀ ਨਿਰਧਾਰਤ ਅਰਦਾਸ ਵਿੱਚ ਚੰਗੇ ਵਹਿਣ ਪਾਉਣੇ ਆ ਜਾਣ, ਉਹ ਦਿਨ ਚੜ੍ਹਨ ਤੋਂ ਪਹਿਲਾਂ ਹੀ ਗ੍ਰੰਥੀ ਘੋਸ਼ਿਤ ਹੋਇਆ ਹੁੰਦਾ ਹੈ। ਸਿੱਖ ਕੌਮ ਪਾਸ ਜਿੰਨੇ ਗੁਰਦੁਆਰੇ ਹਨ, ਉਹਨੇ ਸਿਖਾਂਦਰੂ ਪਾਠੀ ਗ੍ਰੰਥੀ ਨਹੀਂ ਹਨ। ਜਿਨ੍ਹਾਂ ਨੂੰ ਕੋਈ ਹੋਰ ਕੰਮ ਨਹੀਂ ਮਿਲਿਆ, ਉਹ ਪਾਠੀ ਬਣ ਗਏ। ਥੋੜ੍ਹੀ ਅਰਦਾਸ ਕਰਨੀ ਆ ਗਈ, ਉਹ ਗ੍ਰੰਥੀ ਬਣ ਕੇ ਕੌਮ ਦੀ ਜੜੀ ਤੇਲ ਦੇਣ ਲੱਗ ਪਏ ਹਨ। ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਉਸ ਸ਼ਖਸੀਅਤ ਦੇ ਦਰਸ਼ਨ ਹੋਏ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਕਥਾ ਅਤੇ ਅਰਦਾਸ ਕਰਦਿਆਂ ਕੱਢ ਦਿੱਤੀ। ਗੱਲ ਇਉਂ ਹੋਈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਸ਼ਬਦ ਦੀ ਵਿਚਾਰ ਕਰਦਿਆਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੀਰਤਨ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਦਾ ਹੀ ਹੋ ਸਕਦਾ ਹੈ। ਹੋਰ ਕਿਸੇ ਰਚਨਾ ਦਾ ਕੀਰਤਨ ਨਹੀਂ ਹੋ ਸਕਦਾ। ਹਾਂ, ਸ਼ਬਦ ਦੀ ਵਿਚਾਰ ਕਰਦਿਆਂ ਕਿਸੇ ਚੰਗੇ ਗ੍ਰੰਥ ਦਾ ਹਵਾਲਾ ਕਥਾ ਵਿੱਚ ਦਿੱਤਾ ਜਾ ਸਕਦਾ ਹੈ। ਇੰਨੀ ਗੱਲ ਕਰਨ ਦੀ ਦੇਰ ਸੀ ਕਿ ਮੁੱਖ ਗ੍ਰੰਥੀ ਜੀ ਦਾ ਪਾਰਾ 7ਵੇਂ ਆਸਮਾਨੇ ਚੜ੍ਹ ਗਿਆ ਤੇ ਕਥਾ ਦੇ ਵਿੱਚ ਹੀ ਬੋਲਣ ਲੱਗ ਪਏ, ਨਹੀਂ ਨਹੀਂ, ਕੀਰਤਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵੀ ਹੋ ਸਕਦਾ ਹੈ। ਆਪਣੀਆਂ ਅੱਖਾਂ ਵਿੱਚ ਅੱਗ ਦੇ ਚਿੰਗਿਆੜੇ ਭਰ ਕੇ ਪੂਰੇ ਰੋਬ ਨਾਲ ਚੰਗਿਆੜਿਆ, ਤੈਨੂੰ ਪ੍ਰਚਾਰਕ ਕਿੰਨੇ ਬਣਾਇਆ ਏ ਓਏ? ਤੁਸਾਂ ਲੋਕਾਂ ਨੇ ਆਪਣੀ ਹੀ ਰਹਿਤ ਮਰਿਆਦਾ ਬਣਾ ਲਈ ਹੈ। ਪੁਲਸੀਏ ਲਹਿਜੇ ਵਿੱਚ ਭਾਈ ਜੀ ਨੇ ਪਿਛਲੇ ਕਈ ਦਿਨਾਂ ਦੀ ਸਾਰੀ ਇਕੱਠੀ ਕੀਤੀ ਈਰਖਾ ਦੀ ਸੁਆਹ ਨੂੰ ਚੰਗੀ ਤਰ੍ਹਾਂ ਝਾੜਿਆ। ਬਾਣੀ ਪੜਨ ਵਾਲੇ ਦੇ ਮੂੰਹ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਇੰਜ ਲੱਗਦਾ ਸੀ ਇਸਨੇ ਹੁਣੇ ਹੀ ਸਾਰਾ ਕੁਝ ਭਸਮ ਕਰ ਦੇਣਾ ਹੈ। ਇਹ ਕੋਈ ਅਤਕਥਨੀ ਵੀ ਨਹੀਂ ਸੀ। ਉਹ ਆਪਣੇ ਵਿਰੋਧੀ ਚਿੱਤ ਕਰ ਦੇਣ ਦੀ ਸਮਰੱਥਾ ਰੱਖਦਾ ਸੀ, ਕਿਉਂਕਿ ਪ੍ਰਧਾਨ ਦੇ ਕੁੜਮਾਂ ਨਾਲ ਉਹਦੀ ਯਾਰੀ ਸੀ। ਪ੍ਰਧਾਨ ਦੇ ਕੁੜਮ ਵੀ ਇਸ ਵਹਿਮ ਵਿੱਚ ਫਸੇ ਹੋਏ ਸਨ ਕਿ ਇਸ ਬੰਦੇ ਦੀ ਅਰਦਾਸ ਨਾਲ ਹੀ ਸਾਡੇ ਘਰ ਨਿਆਣਿਆਂ ਦੇ ਰਿਸ਼ਤੇ ਹੋ ਰਹੇ ਹਨ ਅਤੇ ਨਿਆਣੇ ਇਸ ਦੀ ਅਰਦਾਸ ਨਾਲ ਹੀ ਜੰਮੇ ਹਨ। ਜਿਸ ਬੰਦੇ ਦੀ ਸਾਰੀ ਜ਼ਿੰਦਗੀ ਕਥਾ ਕਰਦਿਆਂ ਲੰਘ ਗਈ ਹੋਵੇ, ਉਸ ਨੂੰ ਇੰਨਾ ਵੀ ਨਹੀਂ ਪਤਾ ਕਿ ਕੀਰਤਨ ਕਿੰਨੀਆਂ ਬਾਣੀਆਂ ਦਾ ਪੰਥ ਨੇ ਪ੍ਰਵਾਨ ਕੀਤਾ ਹੈ। ਹੋਈ ਨਾ ਜੱਗੋ ਤੇਰਵੀਂ। ਬਾਹਰਲੇ ਮੁਲਕਾਂ ਵਿੱਚ ਗੁਰਦੁਆਰਿਆਂ ਦੀ ਸੇਵਾ ਨਿਭਾ ਰਹੇ ਮਹਾਂਪੁਰਖਾਂ ਦੀ ਕਹਾਣੀ ਹੀ ਕੁਝ ਹੋਰ ਹੈ। ਜਿਹੜਾ ਤਾਂ ਪੱਕਾ ਹੋ ਗਿਆ ਹੈ, ਗੁਰਦੁਆਰੇ ਦੀ ਸਾਰੀ ਮਰਿਆਦਾ ਉਸ ਅਨੁਸਾਰ ਹੀ ਚੱਲਦੀ ਹੈ, ਜਾਂ ਜਿਹੜਾ ਅਜੇ ਪੱਕਾ ਹੋਣ ਦੀ ਤਾਕ ਵਿੱਚ ਬੈਠਾ ਹੈ,
ਉਹ ਇਹ ਦੇਖ ਲੈਂਦਾ ਹੈ ਕਮੇਟੀ ਕਿਹੜੇ ਡੇਰੇ ਨਾਲ ਸੰਬੰਧ ਰੱਖਦੀ ਹੈ। ਗ੍ਰੰਥੀ ਉਸ ਡੇਰੇ ਦੇ ਹੀ ਗੀਤ ਗਾਉਂਦਾ ਰਹਿੰਦਾ ਹੈ, ਉਸ ਡੇਰੇ ਦੀਆਂ ਹੀ ਬਾਤਾਂ ਪਾਉਂਦਾ ਰਹਿੰਦਾ ਹੈ। ਜਿਹੜਾ ਲੰਗਰ ਦੀ ਸੇਵਾ ਕਰਦਾ ਹੋਵੇ, ਪ੍ਰਧਾਨ ਦੇ ਆਉਂਦਿਆਂ ਹੀ ਕੰਨਾਂ ਵਿੱਚ ਰੰਗ ਬਿਰੰਗੀਆਂ ਫੂਕਾਂ ਮਾਰੀ ਜਾਏ, ਉਸ ਨੂੰ ਲੰਗਰ ਦੀ ਸੇਵਾ ਵਿੱਚੋਂ ਹਟਾ ਕੇ ਮੀਤ ਗ੍ਰੰਥੀ ਤੇ ਕੁਝ ਦਿਨਾਂ ਉਪਰੰਤ ਹੈਡ ਗ੍ਰੰਥੀ ਦੀ ਪਦਵੀ ਤੇ ਸੁਸ਼ੋਭਿਤ ਕਰ ਦਿੱਤਾ ਜਾਂਦਾ ਹੈ। ਮੈਂ ਕਈ ਚੰਗੇ ਚੰਗੇ ਕਥਾਵਾਚਕ ਵੀ ਦੇਖੇ ਹਨ ਜੋ ਡੇਰੇ ਵਾਲੇ ਪ੍ਰਧਾਨਾਂ ਪਾਸੋਂ ਸਮਾਂ ਲੈਣ ਲਈ ਆਪਣੀਆਂ ਪੱਗਾਂ ਨੂੰ ਗੋਲ ਕਰਦਿਆਂ 1 ਮਿੰਟ ਨਹੀਂ ਲਾਉਂਦੇ ਹਨ। ਐਦਾਂ ਦੇ ਹੀ ਇੱਕ ਗ੍ਰੰਥੀ ਨਾਲ ਵਾਸਤਾ ਪੈ ਗਿਆ ਜੋ ਹਰ ਮਿਸ਼ਨਰੀ ਨੂੰ ਗੰਦੀਆਂ ਗਾਲਾਂ ਕੱਢਣ ਨੂੰ ਆਪਣਾ ਪਰਮ ਧਰਮ ਸਮਝੀ ਬੈਠਾ ਸੀ। ਬੜੇ ਰੋਬ ਦਾਬ ਵਿੱਚ ਰਹਿੰਦਿਆਂ ਹਰ ਵੇਲੇ ਗੰਦੀਆਂ ਗਾਲਾਂ ਦਾ ਰਾਗ ਅਲਾਪੀ ਜਾਣ ਨੂੰ ਪੰਥ ਦੀ ਬਹੁਤ ਵੱਡੀ ਸੇਵਾ ਸਮਝੀ ਬੈਠਾ ਸੀ। ਸੁੱਕੇ ਅੰਬਰੋਂ ਹੀ ਬਾਹਵਾਂ ਟੁੰਗੀ ਜਾਣੀਆਂ ਤੇ ਆਪਣੇ ਹੱਥ ਨੂੰ ਜ਼ੋਰ-ਜ਼ੋਰ ਦੀ ਪਟਾਕ ਮਾਰ ਕੇ ਕਹਿਣਾ ਕਿ ਆਹ ਜਿਹੜੇ ਮਸ਼ੀਨਰੀ ਹਨ, ਇਹ 5 ਬਾਣੀਆਂ ਤਾਂ ਨਿਤਨੇਮ ਨਹੀਂ ਕਰਦੇ। 2 ਕੁ ਦਿਨ ਤਾਂ 5 ਬਾਣੀਆਂ ਪੜ੍ਹਨ ਵਾਲੇ ਭਾਈ ਜੀ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਗਾਲਾਂ ਨਹੀਂ ਕੱਢੀ ਦੀਆਂ, ਪਰ ਭਾਈ ਜੀ ਨੂੰ ਤੇ ਨਸ਼ਾ ਸੀ ਕਿ ਮੈਂ 5 ਬਾਣੀਆਂ ਦਾ ਨਿਤਨੇਮ ਕਰਦਾ ਹਾਂ, ਤਾਬਿਆ ਬੈਠ ਕੇ ਕਥਾ ਕੀਰਤਨ ਵੇਲੇ ਸਿਮਰਨ ਵੱਖਰਾ ਕਰਦਾ ਹਾਂ। ਮੇਰੇ ਨਾਲੋਂ ਵੱਧ ਸਿਆਣਾ ਹੋਰ ਕੌਣ ਹੋ ਸਕਦਾ ਹੈ। 3 ਕੁ ਦਿਨ ਉਪਰੰਤ 5 ਬਾਣੀਆਂ ਪੜ੍ਹਨ ਵਾਲੇ ਕਰੁਖਤ ਭਾਈ ਨੂੰ ਪੁੱਛ ਹੀ ਲਿਆ ਕਿ ਕੀ 5 ਬਾਣੀਆਂ ਪੜ੍ਹ ਕੇ ਮਨ ਨੂੰ ਸ਼ਾਂਤੀ ਆਉਣੀ ਚਾਹੀਦੀ ਹੈ ਕਿ ਜਾਂ 5 ਬਾਣੀਆਂ ਪੜ੍ਹ ਕੇ ਸਿਮਰਨ ਕਰਕੇ ਨਫ਼ਰਤ ਦੇ ਠੂਵੇਂ ਘੇਰਨੇ ਚਾਹੀਦੇ ਹਨ। ਭਾਈ ਜੀ ਦੇ ਪਾਸ ਕੋਈ ਉੱਤਰ ਨਹੀਂ ਸੀ। ਦੂਸਰਾ ਸਵਾਲ ਪੁੱਛਿਆ ਕਿ ਜੇ 3 ਬਾਣੀਆਂ ਪੜ੍ਹ ਕੇ ਮਿਸ਼ਨਰੀ ਗਾਲਾਂ ਨਹੀਂ ਕੱਢਦਾ, ਉਹ ਚੰਗਾ ਹੈ ਜਾਂ 5 ਬਾਣੀਆਂ ਦਾ ਨਿਤਨੇਮ ਕਰਕੇ ਗੰਦ ਬੋਲਣ ਵਾਲਾ ਚੰਗਾ ਹੈ। ਭਾਈ ਜੀ ਬਣਾ ਸਵਾਰ ਕੇ ਕਹਿੰਦੇ ਕਿ ਪਤਾ ਨਹੀਂ ਇਹ ਰਹਿਤ ਮਰਿਆਦਾ ਕਿੰਨੇ ਬਣਾਈ ਹੈ। ਸਾਡੇ ਡੇਰੇ ਵਾਲੇ ਤਾਂ 5 ਹੀ ਬਾਣੀਆਂ ਪੜ੍ਹਦੇ ਹਨ। ਅਗਲਾ ਸਵਾਲ ਪੁੱਛਿਆ ਕਿ ਭਾਈ ਜੀ ਗੁਰੂ ਜੀ ਨੇ ਡੇਰੇ ਸਥਾਪਿਤ ਕੀਤੇ ਸਨ ਜਾਂ ਪੰਥ ਸਥਾਪਿਤ ਕੀਤਾ ਸੀ। ਭਾਈ ਜੀ ਨਿਰ ਉੱਤਰ ਸਨ, ਜਿਸ ਨੂੰ ਇਹ ਵੀ ਨਹੀਂ ਪਤਾ ਕਿ ਸਿੱਖ ਰਹਿਤ ਮਰਿਆਦਾ ਕਿਸ ਨੇ ਬਣਾਈ ਹੈ, ਉਹ ਕੌਮ ਦਾ ਮਹਾਨ ਗ੍ਰੰਥੀ ਸਥਾਪਿਤ ਹੈ। ਕਿਉਂ ਹੈ ਨਾ ਜੱਗੋ 13ਵੀਂ। ਗੱਲ ਵੱਧਦੀ ਕਮੇਟੀ ਪਾਸ ਪਹੁੰਚੀ ਤਾਂ ਵਿਚਾਰੇ ਭਾਈ ਜੀ ਨੂੰ ਦਿਲ ਦਾ ਦੌਰਾ ਪੈ ਗਿਆ। ਅਸਲ ਵਿੱਚ ਇਹ ਦੌਰਾ ਵੀ ਆਮ ਸੰਗਤ ਦੀ ਹਮਦਰਦੀ ਲੈਣ ਲਈ ਤੇ ਉਗਰਾਹੀ ਕਰਨ ਲਈ ਹੀ ਸੀ। ਨਾਲ ਲੱਗਦੀ ਇੱਕ ਹੋਰ ਜੱਗੋ 13ਵੀਂ ਸੁਣ ਲਓ। ਰਿਸ਼ਤੇਦਾਰੀ ਵਿੱਚ ਪਹਿਲੇ ਬੱਚੇ ਨੂੰ ਜਨਮ ਦੇਣ ਉਪਰੰਤ ਡੇਂਗੂ ਬੁਖਾਰ ਨਾਲ ਜਵਾਨ ਬੱਚੀ ਅਕਾਲ ਚਲਾਣਾ ਕਰ ਗਈ। ਅਸੀਂ ਵੀ ਲੁਧਿਆਣੇ ਤੋਂ ਪਹੁੰਚ ਗਏ। ਪਰਿਵਾਰ ਵੱਲੋਂ ਸੱਦੇ ਭਾਈ ਨੇ ਜੱਗੋਂ 13ਵੀਂ ਕਰਦਿਆਂ ਆਪਣੀ ਆਲਮਾਨਾ ਕਥਾ ਵਿੱਚ ਕਹਿੰਦੇ ਹਨ ਕਿ ਇੱਕ ਮਾਈ ਨੇ 3 ਦੇਵਤਿਆਂ ਨੂੰ ਜਨਮ ਦਿੱਤਾ ਸੀ। ਭਾਈ ਪਹਿਲਾ ਜਨਮ ਦਾਤਾ ਬਣ ਗਿਆ, ਦੂਜਾ ਰੋਜ਼ੀ ਵਾਲਾ ਦਾਤਾ ਬਣ ਗਿਆ ਤੇ ਤੀਜਾ ਭਾਈ ਮੌਤ ਦੇਣ ਵਾਲਾ ਦੇਵਤਾ ਬਣ ਗਿਆ। ਭਾਈ ਜੀ ਨੇ ਕਿਹਾ ਕਿ ਸ਼ਿਵ ਜੀ ਮਹਾਰਾਜ ਜੀ ਦੀ ਹੋਣੀ ਨੂੰ ਭਾਈ ਕੌਣ ਟਾਲ ਸਕਦਾ ਹੈ। ਸ਼ਿਵ ਦੀ ਪੂਜਾ ਵਿੱਚ ਜ਼ਰੂਰ ਕਿਤੇ ਭੁੱਲ ਹੋ ਗਈ ਹੋਵੇਗੀ। ਅੱਜ ਕੱਲ੍ਹ ਤਾਂ ਪੜ੍ਹਿਆ ਲਿਖਿਆ ਜ਼ਮਾਨਾ ਆ ਗਿਆ ਹੈ ਜੋ ਦੇਵੀ ਦੇਵਤਿਆਂ ਨੂੰ ਹੀ ਭੁੱਲ ਗਿਆ ਹੈ। ਮੈਂ ਸੋਚ ਰਿਹਾ ਸੀ ਅਰਬਾਂ ਰੁਪਇਆਂ ਵਾਲੀ ਕਮੇਟੀ ਦਾ ਸ਼ਾਇਦ ਹੀ ਕਦੇ ਕੋਈ ਇਹਨਾਂ ਪਿੰਡਾਂ ਵਿੱਚ ਪ੍ਰਚਾਰਕ ਆਇਆ ਹੋਵੇਗਾ। 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਗਏ ਹਾਂ, ਪਰ ਸੋਚ ਜੰਗਾਲੀ ਹੋਣ ਦੇ ਨਾਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਵੀ ਪਹਿਲਾਂ ਦੀਆਂ ਕਥਾ ਕਹਾਣੀਆਂ ਪਿੰਡਾਂ ਵਾਲਿਆਂ ਨੂੰ ਸੁਣਾਈਆਂ ਜਾ ਰਹੀਆਂ ਹਨ। ਗੁਰਬਾਣੀ ਸਿਧਾਂਤ ਤੋਂ ਕੋਹਾਂ ਦੂਰ ਬੈਠੇ ਇਤਿਹਾਸ ਤੋਂ ਅਣਜਾਣ ਇਹ ਭੱਦਰ ਪੁਰਸ਼ ਕੌਮ ਦੀ ਹੋਣੀ ਤੈਅ ਕਰ ਰਹੇ ਹਨ। ਫਿਰ ਹੋਈ ਨਾ ਜੱਗੋ 13ਵੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10-15 ਸੋਟੇ ਮਾਰੋ ਮੱਝ ਦੁੱਧ ਦੇਵੇਗੀ। 20ਵੀਂ ਸਦੀ ਦੇ ਸ਼ੁਰੂ ਹੁੰਦਿਆਂ ਹੀ ਸੰਤਾਂ ਦਾ ਜਨਮ ਹੋਣਾ ਸ਼ੁਰੂ ਹੋ ਗਿਆ। ਕਈ ਬਿਮਾਰੀਆਂ ਦੇ ਸੈੱਲ 1 ਤੋਂ 2, 2 ਤੋਂ 4 ਤੇ 4 ਤੋਂ 8 ਦੀ ਗਿਣਤੀ ਵਿੱਚ ਵੱਧਦੇ ਹਨ। ਭਿਆਨਕ ਬਿਮਾਰੀਆਂ ਦੇ ਸੈੱਲ ਆਪਣੇ ਪਰਿਵਾਰ ਦਾ ਵਾਧਾ ਭਿਆਨਕ ਰੂਪ ਵਿੱਚ ਹੀ ਕਰਦੇ ਹਨ। ਖਤਰਨਾਕ ਬਿਮਾਰੀਆਂ ਦੇ ਸੈੱਲ ਛੇਤੀ ਕੀਤਿਆਂ ਜਾਇਆ ਨਹੀਂ ਹੁੰਦੇ, ਸਗੋਂ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ। ਇੱਕ ਬਿਮਾਰੀ ਵਿੱਚੋਂ
ਕਈ ਹੋਰ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਕੁਝ ਇਸੇ ਤਰ੍ਹਾਂ ਹੀ ਇੱਕ ਸੰਤ ਦਾ ਜਨਮ ਹੁੰਦਾ ਹੈ ਤਾਂ ਇਹ ਭਿਆਨਕ ਬਿਮਾਰੀਆਂ ਨੂੰ ਵੀ ਮਾਤ ਪਾਉਂਦਿਆਂ ਹੋਇਆਂ 20 ਹੋਰ ਸੰਤਾਂ ਨੂੰ ਨਾਲ ਹੀ ਜਨਮ ਦੇ ਦਿੰਦੇ ਹਨ। ਹਰ ਨਵਾਂ ਬਣਿਆ ਸੰਤ ਆਪਣੀ ਸੇਵਕੀ ਵਧਾਉਣ ਲਈ ਨਵੇਂ ਢੰਗ ਅਪਣਾਉਂਦਾ ਹੋਇਆ ਉਹ ਇੱਕ ਪਾਠ ਪੜ੍ਹਾਉਂਦਾ ਰਹਿੰਦਾ ਹੈ ਕਿ ਦੇਖੋ ਸੰਗਤ ਜੀ, ਭਾਈ ਲਹਿਣੇ ਨੇ ਦਿਨ ਰਾਤ ਅਣਥੱਕ ਸੇਵਾ ਕੀਤੀ ਸੀ। ਉਹਦੀ ਮਹਾਨ ਸੇਵਾ ਨੂੰ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਨੂੰ ਗੁਰਿਆਈ ਦੇ ਦਿੱਤੀ। ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਨੇ ਨਾ ਦਿਨ ਦੇਖਿਆ ਤੇ ਨਾ ਰਾਤ ਦੇਖੀ, ਬਿਖੰਗ ਤੇ ਗਾਖੜੀ ਸੇਵਾ ਕੀਤੀ। ਉਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਅਮਰੂ ਨਿਥਾਵੇਂ ਤੋਂ ਗੁਰੂ ਅਮਰਦਾਸ ਜੀ ਬਣਾ ਦਿੱਤਾ। ਭਾਈ ਸਾਰੀਆਂ ਕਰਾਮਾਤਾਂ ਸੇਵਾ ਵਿੱਚ ਹੁੰਦੀਆਂ ਹਨ। ਸੇਵਾ ਵਾਲੀ ਕਹਾਣੀ ਆਪਣੇ ਅਤ ਨਜ਼ਦੀਕੀ ਪਰਿਵਾਰ ਦੇ ਚੇਲਿਆਂ ਰਾਹੀਂ ਆਮ ਲੋਕਾਂ ਵਿੱਚ ਧਮਾਈ ਜਾਣਗੇ। ਨਤੀਜੇ ਵਜੋਂ ਲੁਕਾਈ ਦੀ ਮਹਾਨ ਤੇ ਪਵਿੱਤਰ ਸੇਵਾ ਦੇ ਸੰਕਲਪ ਨੂੰ ਨਕਾਰਦਿਆਂ ਕੇਵਲ ਬੂਬਨੇ ਬਾਬੇ ਦੇ ਡੇਰੇ ਦੀ ਹੀ ਸੇਵਾ ਰਹਿ ਜਾਂਦੀ ਹੈ। ਆਮ ਲੋਕਾਂ ਨੂੰ ਵੀ ਬਹੁਤ ਵੱਡਾ ਭੁਲੇਖਾ ਹੈ ਕਿ ਭੇਖੀ ਬਾਬਿਆਂ ਪਾਸ ਕੋਈ ਬਹੁਤ ਵੱਡੀ ਗੈਬੀ ਸ਼ਕਤੀ ਜਾਂ ਕਰਾਮਾਤ ਹੈ। ਪਤਾ ਨਹੀਂ ਕਿਹਦੇ ਸਿਰ ਤੇ ਇਹ ਹੱਥ ਰੱਖ ਦੇਣ ਉਹ ਹੀ ਮਾਲਾ ਮਾਲ ਹੋ ਜਾਂਦਾ ਹੈ। ਇਹ ਵੀ ਪਤਾ ਨਹੀਂ ਬਾਬਾ ਜੀ ਕਿਹਦੇ ਤੇ ਤਰੁੱਠਦੇ ਹਨ। ਕੁਦਰਤੀ ਮਿਹਰ ਦੇ ਪਾਤਰ ਬਣਾਉਣ ਲਈ ਬਾਬੇ ਪਿੱਠਾਂ ਤੇ ਦਿਨ ਦੀ ਵੀ ਹੱਥ ਫੇਰੀ ਜਾਣਗੇ। ਲੱਗਦੇ ਹੱਥੀ ਆਪਣੇ ਕਲਾਵੇ ਵਿੱਚ ਲੈਣ ਦਾ ਵੀ ਯਤਨ ਕਰਦੇ ਰਹਿੰਦੇ ਹਨ। ਮੈਲ ਨਾਲ ਭਰੀ ਹੋਈ ਝੱਗੀ ਵਾਲਾ ਸੇਵਾਦਾਰ ਬਾਬੇ ਦਾ ਕਛਹਿਰਾ ਧੋਈ ਜਾਏਗਾ ਤੇ ਗੜਵੀ ਨੂੰ ਲਿਸ਼ਕਾਈ ਜਾਏਗਾ। ਬੂਬ ਨੇ ਬਾਬੇ ਦੀ ਮਾਲਿਸ਼ ਨੂੰ ਮਹਾਨ ਸੇਵਾ ਸਮਝ ਕੇ ਅੱਠੇ ਪੈਰੀ ਸੇਵਾ ਵਿੱਚ ਤਤਪਰ ਰਹਿੰਦਾ ਹੈ। ਬਾਬੇ ਇਹ ਕਦੇ ਵੀ ਨਹੀਂ ਦੱਸਣਗੇ ਕਿ ਗੁਰਿਆਈ ਸਿਰਫ ਸੇਵਾ ਹੀ ਨਹੀਂ, ਸਗੋਂ ਗੁਰਬਾਣੀ ਦੇ ਤੱਤ ਗਿਆਨ ਨੂੰ ਸਮਝਣ ਵਾਲੇ ਨੂੰ ਵੀ ਗੁਰਿਆਈ ਬਖਸ਼ੀ ਹੈ। ਅਕਾਲ ਪੁਰਖੀ ਸਾਰੇ ਗੁਣ ਗੁਰੂ ਨਾਨਕ ਸਾਹਿਬ ਜੀ ਵਿੱਚ ਸਨ ਤੇ ਉਹਨਾਂ ਸਾਰਿਆਂ ਗੁਣਾਂ ਨੂੰ ਭਾਈ ਲਹਿਣੇ ਨੇ ਦਿਨ ਰਾਤ ਲਗਾ ਕੇ ਸਮਝਿਆ ਕਿ ਕਿਵੇਂ ਨਵੇਂ ਸਮਾਜ ਦੀ ਸਿਰਜਣਾ ਕਰਦਿਆਂ ਰੱਬ ਜੀ ਨਾਲ ਮਿਲਾਪ ਕਰਨਾ ਹੈ। ਇਹਨਾਂ ਰੱਬੀ ਗੁਣਾਂ ਨੂੰ ਭੱਟ ਜੋਤ ਫਰਮਾਉਂਦੇ ਹਨ, ਜਿਹਾ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ। ਪੰਨਾ 1408। ਹੋਇਆ ਇਸ ਤਰ੍ਹਾਂ ਕਿ ਕਰਤਾਰਪੁਰ ਦੇ ਨੇੜੇ ਇੱਕ ਪਿੰਡ ਵਾਲੇ ਫਰਵਰੀ 2012 ਨੂੰ ਸਾਲਾਨਾ ਗੁਰਮਤਿ ਸਮਾਗਮ ਕਰਵਾਉਂਦੇ ਹਨ। ਇਸ ਸਮਾਗਮ ਵਿੱਚ ਇਲਾਕੇ ਦੇ ਕਈ ਪਿੰਡ ਇਕੱਠੇ ਹੁੰਦੇ ਹਨ। ਲੱਖਾਂ ਰੁਪਈਆ ਖਰਚਣ ਦੇ ਬਾਵਜੂਦ ਵੀ ਇੰਨੀ ਸਮਝ ਨਹੀਂ ਕਿ ਪ੍ਰਚਾਰਕ ਕਿਹੋ ਜਿਹੇ ਬੁਲਾਣੇ ਹਨ। ਲਗਭਗ ਸਿੱਖ ਕੌਮ ਦੀ ਬਹੁਤ ਵੱਡੀ ਤਰਾਸਦੀ ਹੈ ਕਿ ਸਮਾਗਮਾਂ ਸਮੇਂ ਸੰਗਤ ਨੂੰ ਕੋਈ ਗੁਣਵੱਤਾ ਪ੍ਰੋਗਰਾਮ ਨਹੀਂ ਦਿੱਤਾ ਜਾਂਦਾ। ਗੁਣਵੱਤਾ ਇਹ ਦੇਖੀ ਜਾਂਦੀ ਹੈ ਕਿ ਇਹ ਸਾਡੀ ਸਿਫਤ ਦੇ ਪੁੱਲ ਕਿੰਨੇ ਕੁ ਬਣਦਾ ਹੈ। ਕੈਨੇਡਾ ਨਿਵਾਸੀ ਵੀਰਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ਬਦ ਦੀਆਂ ਵਿਚਾਰਾਂ ਸੁਣੀਆਂ ਹੋਣ ਕਰਕੇ ਤੇ ਸਿੱਖ ਮਾਰਗ ਨੂੰ ਨਿੱਤਾ ਪ੍ਰਤੀ ਪੜ੍ਹਨ ਕਰਕੇ ਇਹਨਾਂ ਵੀਰਾਂ ਵੱਲੋਂ ਮੈਨੂੰ ਇਸ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ। ਇਲਾਕੇ ਦੇ ਇਸ ਸਮਾਗਮ ਵਿੱਚ ਮੈਂ ਪਹਿਲੀ ਵਾਰ ਗਿਆ ਸੀ। 20 ਕੁ ਪਿੰਡ ਇਕੱਠੇ ਹੋ ਕੇ ਇੱਕ ਗੁਰਮਤਿ ਸਮਾਗਮ ਰੱਖਦੇ ਹਨ। ਮੈਨੂੰ ਉਸ ਸਮਾਗਮ ਵਿੱਚ ਕਥਾ ਵਿਚਾਰ ਕਰਨ ਦਾ ਮੌਕਾ ਮਿਲਿਆ। ਮੇਰੇ ਤੋਂ ਪਹਿਲਾਂ ਇੱਕ ਸੰਤ ਜੀ ਸਟੇਜ ਸਕੱਤਰ ਅਨੁਸਾਰ ਬਹੁਤ ਹੀ ਪਹੁੰਚੇ ਹੋਏ ਬ੍ਰਹਮ ਗਿਆਨੀ ਜੋ ਹਰ ਸਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ, ਉਹ ਕੀਰਤਨ ਤੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਇੰਨਾ ਚੰਗਾ ਹੋਇਆ ਕਿ ਬਾਬਾ ਜੀ ਨੇ ਧਾਰਨਾ ਨਹੀਂ ਲਗਾਈ, ਪਰ ਕਥਾ ਜੱਗੋਂ 13ਵੀਂ ਕੀਤੀ। ਜਬਲੀਆਂ ਤਾਂ ਬਥੇਰੀਆਂ ਮਾਰੀਆਂ ਸਨ, ਪਰ ਇੱਕ ਕੁਛ ਜ਼ਿਆਦਾ ਹੀ ਜਬਲੀ ਵੱਜ ਗਈ। ਕਹਿੰਦਾ, ਸਾਧ ਸੰਗਤ ਜੀ, ਵੱਡੇ ਬਾਬਾ ਜੀ ਕਿਹਾ ਕਰਦੇ ਸੀ ਕਿ ਬਈ ਜੇ ਮੱਝ ਨਾ ਮਿਲੇ ਤਾਂ ਘਰ ਜਾ ਕੇ ਉਸ ਨੂੰ 10-15 ਸੋਟਿਆਂ ਨਾਲ ਦੱਬ ਕੇ ਕੁੱਟ ਝਾੜ ਦਿਓ, ਫਿਰ ਦੇਖੋ ਮੱਝ ਦੁੱਧ ਦਿੰਦੀ ਹੈ ਕਿ ਨਹੀਂ। ਸਾਧ ਸੰਗਤ ਜੀ, ਹੁਣ ਮਹਾਂਪੁਰਸ਼ਾਂ ਦਾ ਕਿਹਾ ਹੋਇਆ ਕੋਈ ਬਿਰਥਾ ਥੋੜਾ ਜਾਂਦਾ ਹੈ। ਬਸ ਸੋਟੇ ਵੱਜਣ ਦੀ ਦੇਰ ਸੀ, ਮੱਝ ਝੱਟ ਪਸਮ ਪਾਈ, ਪਰਿਵਾਰ ਵਿੱਚ ਦੀਆਂ ਪੋਹ ਬਾਰੋਂ ਹੋ ਗਈਆਂ। ਭਾਈ ਕੁਝ ਦਿਨਾਂ ਬਾਅਦ ਪਰਿਵਾਰ ਬਾਬਾ ਜੀ ਦਾ ਸ਼ੁਕਰਾਨਾ ਕਰਨ ਲਈ ਖੀਰ ਲੈ ਕੇ ਬਾਬਾ ਜੀ ਪਾਸ ਪਹੁੰਚ ਗਿਆ। ਬਾਬਾ ਜੀ ਨੂੰ ਸਾਰੀ ਵਿਥਿਆ ਸੁਣਾਈ ਕਿ ਬਾਬਾ ਜੀ ਤੁਹਾਡੀ ਬਖਸ਼ਿਸ਼ ਦੁਆਰਾ ਮੱਝ ਦੁੱਧ ਦੇਣ ਲੱਗ ਪਈ ਹੈ। ਹੁਣ ਤੇ ਵੰਡ ਵਣੇਵੇਂ ਦਾ ਵੀ ਕੋਈ ਫਿਕਰ ਨਹੀਂ ਰਹਿ ਗਿਆ।
ਬਾਬਾ ਜੀ ਨੂੰ ਆਪਣੇ ਕੀਤੇ ਬਚਨਾਂ ਦਾ ਚੇਤਾ ਭੁੱਲ ਗਿਆ ਸੀ। ਭਾਈ ਮਹਾਂਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹਨਾਂ ਨੂੰ ਕੀਤੇ ਬਚਨ ਵਿਸਰ ਜਾਂਦੇ ਹਨ। ਪਰ ਬਾਬਾ ਜੀ ਨੂੰ ਯਾਦ ਆਇਆ ਤੇ ਫਿਰ ਬਾਬਾ ਜੀ ਨੇ ਕਿਹਾ, ਭਾਈ ਹੁਣ ਤੁਸਾਂ ਕਿੱਲੇ ਦੇ ਸਿਰ ਉੱਤੇ ਸੋਟੇ ਮਾਰਿਆ ਕਰੋ, ਮੱਝ ਬਹੁਤ ਦੁੱਧ ਦੇਵੇਗੀ। ਭਾਈ ਮਹਾਂਪੁਰਸ਼ਾਂ ਦੇ ਬਚਨ ਅਟਲ ਹੁੰਦੇ ਹਨ, ਪਤਾ ਨਹੀਂ ਕਿਤੇ ਤੇ ਬਖਸ਼ਿਸ਼ ਕਰ ਜਾਣ। ਕਿਉਂ ਹੈ ਨਾ ਜੱਗੋ 13ਵੀਂ। ਕੁਦਰਤੀ ਬਾਬਾ ਜੀ ਦੇ ਸਮੇਂ ਉਪਰੰਤ ਮੇਰਾ ਸਮਾਂ ਪ੍ਰਬੰਧਕਾਂ ਵੱਲੋਂ ਨਿਸ਼ਚਿਤ ਕੀਤਾ ਹੋਇਆ ਸੀ। ਜਾਪਦਾ ਸੀ ਕਿ ਬਾਬਾ ਜੀ ਅਜੇ ਗਏ ਨਹੀਂ ਸਨ। ਸ਼ਬਦ ਦੀ ਵਿਚਾਰ ਕਰਦਿਆਂ ਦਾਸ ਨੇ ਕਿਹਾ ਕਿ ਬਾਹਰਲੇ ਮੁਲਕਾਂ ਦੇ ਡੇਅਰੀ ਫਾਰਮ ਦੇਖੇ ਜਾਣ ਤਾਂ ਹੈਰਾਨ ਹੋ ਜਾਈਦਾ ਹੈ। ਨਿਊਜ਼ੀਲੈਂਡ ਵਿੱਚ ਇੱਕ ਗਊ ਪਿੱਛੇ ਇੱਕ ਖੇਤ ਹੁੰਦਾ ਹੈ, ਭਾਵ 500 ਗਊਆਂ ਪਿੱਛੇ ਲਗਭਗ 500 ਖੇਤ ਹੁੰਦੇ ਹਨ। ਉਹਨਾਂ ਨੂੰ ਨਾ ਤਾਂ ਕੋਈ ਚਾਰਨ ਜਾਂਦਾ ਹੈ ਤੇ ਨਾ ਹੀ ਸਾਡੇ ਵਾਂਗ ਸੋਟਿਆਂ ਨਾਲ ਕੁੱਟਿਆ ਜਾਂਦਾ ਹੈ। ਸਵੇਰੇ ਸ਼ਾਮ ਜਦੋਂ ਦੁੱਧ ਚੋਣ ਦਾ ਸਮਾਂ ਹੁੰਦਾ ਹੈ, ਕਈ ਗਊਆਂ ਥੱਲੇ ਇੰਨਾ ਜ਼ਿਆਦਾ ਦੁੱਧ ਹੁੰਦਾ ਹੈ ਕਿ ਆਪਣੇ ਆਪ ਹੀ ਵਗਣ ਲੱਗ ਪੈਂਦਾ ਹੈ। ਆਮ ਗਊਆਂ ਦੀ ਦੁੱਧ ਦੇਣ ਦੀ ਔਸਤਨ ਕੋਈ 20-25 ਕਿਲੋ ਦੁੱਧ ਹੁੰਦੀ ਹੈ। ਕਦੇ ਕਿਸੇ ਨੇ ਕਿਸੇ ਗਊ ਦੇ ਸੋਟਾ ਨਹੀਂ ਮਾਰਿਆ, ਕਿਉਂਕਿ ਇਹਨਾਂ ਗਊਆਂ ਦੀ ਖੁਰਾਕ ਵੀ ਬਹੁਤ ਵਧੀਆ ਹੁੰਦੀ ਹੈ। ਸੰਗਤ ਦੇ ਸਾਹਮਣੇ ਸਵਾਲ ਰੱਖਿਆ ਕਿ ਸਾਧ ਸੰਗਤ ਜੀ, ਜਿੰਨੀ ਸੰਗਤ ਇੱਥੇ ਬੈਠੀ ਹੈ, ਲਗਭਗ 90% ਸੰਗਤ ਦੇ ਘਰਾਂ ਵਿੱਚ ਲਵੇਰਾ ਹੋਏਗਾ। ਤੁਸੀਂ ਖੁਦ ਦੱਸੋ ਕਿ ਮੱਝਾਂ ਨੂੰ ਸੋਟਿਆਂ ਨਾਲ ਕੁੱਟ-ਕੁੱਟ ਕੇ ਚੋਣਾ ਚਾਹੀਦਾ ਹੈ ਜਾਂ ਚੰਗੇ ਵੰਡ ਵੜੇਵੇਂ ਪਾ ਕੇ ਮੱਝਾਂ ਚੋਣੀਆਂ ਚਾਹੀਦੀਆਂ ਹਨ। ਸਾਰੀ ਸੰਗਤ ਦੀ ਆਵਾਜ਼ ਸੀ ਕਿ ਸਾਨੂੰ ਮੱਝਾਂ ਅੱਗੇ ਚੰਗਾ ਪੱਠਾ ਤੇ ਚੰਗੀ ਫੀਡ ਪਾਉਣੀ ਚਾਹੀਦੀ ਹੈ। ਫਿਰ ਸੰਗਤ ਦੇ ਸਾਹਮਣੇ ਸਵਾਲ ਰੱਖਿਆ ਕਿ ਅਸੀਂ ਸੁਚੇਤ ਨਹੀਂ ਹਾਂ, ਕਿਉਂਕਿ ਬਾਬਾ ਜੀ ਸ਼ਬਦ ਦੀ ਵਿਚਾਰ ਜਾਂ ਸਿੱਖ ਸਿਧਾਂਤ ਦੀ ਗੱਲ ਕਰਨ ਦੀ ਥਾਂ ਗੈਰ ਕੁਦਰਤੀ ਪ੍ਰਚਾਰ ਕਰ ਰਹੇ ਸਨ। ਪਰ ਅਸੀਂ ਸ਼ਰਧਾਵਸ ਉਹਨਾਂ ਅੱਗੇ ਵੱਧ ਤੋਂ ਵੱਧ ਭੇਟਾ ਰੱਖ ਕੇ ਉਹਨਾਂ ਵੱਲੋਂ ਕੀਤੀ ਹੋਈ ਗੱਲ ਦੀ ਪ੍ਰੋੜਤਾ ਕਰ ਰਹੇ ਹਾਂ। ਜਦੋਂ ਅਸਾਂ ਗੁਰਮਤਿ ਸਮਾਗਮ ਰੱਖਿਆ ਹੋਇਆ ਹੈ ਤਾਂ ਫਿਰ ਨਿਰੋਲ ਗੁਰਮਤਿ ਦੀਆਂ ਵਿਚਾਰਾਂ ਹੀ ਹੋਣੀਆਂ ਚਾਹੀਦੀਆਂ ਹਨ। ਇਹਨਾਂ ਸਮਾਗਮਾਂ ਵਿੱਚੋਂ ਸਾਨੂੰ ਸਿੱਖ ਸਿਧਾਂਤ ਸੰਬੰਧੀ ਜਾਣਕਾਰੀ ਮਿਲਣੀ ਚਾਹੀਦੀ ਹੈ। ਠੇਠ ਪੇਂਡੂ ਭਾਸ਼ਾ ਵਿੱਚ ਸ਼ਬਦ ਦੀ ਵਿਚਾਰ ਨੂੰ ਸੰਗਤ ਨੇ ਬਹੁਤ ਹੀ ਧਿਆਨ ਨਾਲ ਸੁਣਿਆ। ਨਾਲ ਹੀ ਸਕੱਤਰ ਜੀ ਹੁਣਾਂ ਨੇ ਐਲਾਨ ਕੀਤਾ ਕਿ ਹਰ ਸਾਲ ਸਾਡੇ ਇਸ ਗੁਰਮਤਿ ਸਮਾਗਮ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਹੀ ਪ੍ਰਚਾਰਕ ਆਇਆ ਕਰਨਗੇ। ਸਾਨੂੰ ਅਹਿਸਾਸ ਹੋਇਆ ਕਿ ਸਾਡੇ ਗੁਰਮਤਿ ਸਮਾਗਮ ਕਿਹੋ ਜਿਹੇ ਹੋਣੇ ਚਾਹੀਦੇ ਹਨ। ਸ਼ਾਬਾਸ਼ ਮੇਰੇ ਵੀਰੋ, ਤੁਸਾਂ ਅਹਿਸਾਸ ਤਾਂ ਕਰ ਲਿਆ।